BC ਵਿੱਚ ਪਿਛਲੇ ਦਿਨਾਂ ਦੇ ਦੌਰਾਨ यानी कि शुक्रवार ਨੂੰ 835, शनिवार ਨੂੰ 671 ਅਤੇ BC ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 668 ਕੇਸ ਸਾਹਮਣੇ ਆਏ ਨੇ। ਕੁੱਲ 2174 ਨਵੇਂ ਕੇਸ ਮਿਲੇ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋ ਜਾਣ ਨਾਲ ਇਸ ਮਹਾਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਕੁੱਲ ਗਿਣਤੀ 1,31,656 ਹੋ ਗਈ ਹੈ। ਸਿਹਤ ਅਧਿਕਾਰੀ ਅਨੁਸਾਰ ਤਾਜ਼ਾ ਸਥਿਤੀ ਇਸ ਤਰ੍ਹਾਂ: ਵੈਨਕੂਵਰ ਕੋਸਟਲ ਹੈਲਥ 438, ਫਰੇਜ਼ਰ ਹੈਲਥ ਰੀਜਨ ਵਿੱਚ 1509, ਵੈਨਕੂਵਰ ਆਈਲੈਂਡ ਲਈ 61, ਅੰਦਰਲੇ ਹਿੱਸੇ ਵਿੱਚ 106 ਅਤੇ ਉੱਤਰੀ ਵੈਨਕੂਵਰ ਵਿੱਚ 60 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ। 7327 ਐਕਟਿਵ ਕੇਸ ਹਨ। ਸੂਬੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਕੋਵਿਡ-19 ਦੇ ਨਾਲ 15 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ। ਮੌਤਾਂ ਦੀ ਕੁੱਲ ਗਿਣਤੀ 1596 ਹੋ ਗਈ ਹੈ। ਸਾਰੀਆਂ ਮੌਤਾਂ 70 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਦੀਆਂ ਰਿਪੋਰਟ ਕੀਤੀਆਂ ਗਈਆਂ। ਸਿਰਫ ਇੱਕ ਮੌਤ 50 ਸਾਲ ਦੇ ਵਿਅਕਤੀ ਦੀ ਪਿਛਲੇ ਦਿਨੀ ਦਰਜ ਕੀਤੀ ਗਈ ਹੈ। ਇਹ ਸਾਰੀਆਂ ਮੌਤਾਂ ਹਸਪੀਟਲ ਵਿੱਚ ਹੋਈਆਂ ਨੇ। ਅੱਜ ਬਰੀਫਿੰਗ ਦੇ ਦੌਰਾਨ ਬੋਨੀ ਹੈਨਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ 474 ਪੀੜਿਤ ਵਿਅਕਤੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 176 ਮਰੀਜ਼ਾਂ ਦੀ ICU ਦੇ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ। 11,781 ਲੋਕ ਐਕਟਿਵ ਪਬਲਿਕ ਹੈਲਥ ਮੋਨੀਟਰਿੰਗ ਦੇ ਅਧੀਨ ਹਨ। So today we're reporting on the 3 periods over this past weekend. Between Friday and Saturday, we had 835 new cases of COVID-19 diagnosed in British Columbia. From Saturday to Sunday, an additional 671 new cases. And in the last 24 hours, an additional 668 people were diagnosed with COVID-19. So that's a total of 2,174 new people diagnosed over the weekend, bringing our total in British Columbia to 131,656 people in our province who have had COVID-19. That includes, over the weekend, 438 people who live in the Vancouver Coastal Health Region, 1,509 people in the Fraser Health Region, 61 people in the Vancouver Island Region, 106 people in the Interior Health Region, and 60 people who live in the Northern Health Region. We currently have 7,327 active cases around the province, of whom 474 are in hospital, 176 people in ICU or critical care. We have an additional 11,781 people who are under active monitoring and 122,518 who have recovered from COVID-19. The 2 outbreaks that we've had at the Prince Rupert Regional Hospital and at Abbotsford Regional Hospital have now been declared over, and we have 1 new outbreak at Lionsgate Hospital. That leaves us with 8 active outbreaks in long-term care, assisted living or independent living, and 3 in acute care. Over this past weekend, we've had 15 more people in British Columbia who've died from COVID-19, bringing the total number of people in BC to 1,596. As always, our condolences and our thoughts are with the families who've lost a loved one over this past weekend, with their care teams in the communities. We know how challenging it is to mourn somebody during these continuing difficult times. Just to put that in a little bit of perspective, the majority of the people, actually everybody who passed away over the weekend was over the age of 70, with the exception of 1 person who was in their 50s. And most of these deaths occurred in hospitals. ਲਿਬਰਲ MLA ਮਾਈਕ ਬਰਨੀਅਰ ਦਾ ਕਹਿਣਾ ਹੈ ਕਿ ਉਹ ਕੋਵਿਡ-19 ਤੋਂ ਪੀੜਿਤ ਹੋ ਗਏ ਹਨ। ਇਸ ਦੇ ਨਾਲ ਹੀ ਉਹ BC ਲੈਜਿਸਲੇਚਰ ਦੇ ਪਹਿਲੇ ਮੈਂਬਰ ਬਣ ਗਏ ਹਨ ਜਿਨ੍ਹਾਂ ਨੂੰ ਵਾਇਰਸ ਤੋਂ ਪੀੜਿਤ ਪਾਇਆ ਗਿਆ। ਪੀਸ ਰਿਵਰ ਸਾਊਥ ਦੀ ਰਾਈਡਿੰਗ ਦੀ ਨੁਮਾਇੰਦਗੀ ਕਰਨ ਵਾਲੇ ਬਰਨੀਅਰ ਦਾ ਕਹਿਣਾ ਹੈ ਉਹ ਅਤੇ ਉਹਨਾਂ ਦਾ ਪਰਿਵਾਰ ਖੁਦ ਨੂੰ ਆਈਸੋਲੇਸ਼ਨ ਵਿੱਚ ਰੱਖ ਰਹੇ ਹਨ। ਬੀਤੇ ਸੋਮਵਾਰ ਹੀ ਬਰਨੀਅਰ ਨੂੰ ਵਾਇਰਸ ਸੰਬੰਧੀ ਵੈਕਸੀਨ ਪ੍ਰਦਾਨ ਕੀਤੀ ਗਈ ਸੀ, ਪਰ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਵਾਇਰਸ ਨਾਲ ਸੰਪਰਕ ਇਸ ਤੋਂ ਪਹਿਲਾਂ ਹੀ ਹੋ ਗਿਆ ਸੀ। ਹਾਲਾਂਕਿ ਉਹਨਾਂ ਅਨੁਸਾਰ 19 ਤੋਂ 22 ਅਪ੍ਰੈਲ ਵਿਚਾਲੇ ਲੈਜਿਸਲੇਚਰ ਵਿੱਚ ਕੰਮ ਕਰਨ ਦੇ ਦੌਰਾਨ ਉਹ ਵਾਇਰਸ ਤੋਂ ਪੋਜ਼ਿਟਿਵ ਨਹੀਂ ਸਨ। ਉਹਨਾਂ ਖੁਦ ਨੂੰ ਪੋਜ਼ਿਟਿਵ ਪਾਏ ਜਾਣ ਤੇ ਅਚੰਭਾ ਜ਼ਾਹਿਰ ਕੀਤਾ ਤੇ ਕਿਹਾ ਕਿ ਪਬਲਿਕ ਹੈਲਥ ਅਧਿਕਾਰੀਆਂ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣ ਕਰਦੇ ਹੋਏ ਉਹ ਅਗਲੇ ਕੁਝ ਦਿਨ ਖੁਦ ਨੂੰ ਆਈਸੋਲੇਸ਼ਨ ਵਿੱਚ ਰੱਖਣਗੇ। ਨੌਰਥ ਡੈਲਟਾ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ ਤੇ ਪੁਲਿਸ ਨੇ ਉਸ ਦੀ ਪਛਾਣ ਜਨਤਕ ਕੀਤੀ ਹੈ। ਇਹ ਘਟਨਾ 7031 ਸਕਾਟ ਰੋਡ ਅਤੇ 72 ਐਵੀਨਿਊ ਚੌਰਾਹੇ ਤੇ ਸਕਾਟਸਡੇਲ ਸੈਂਟਰ ਮਾਲ ਦੇ ਵਾਲਮਾਰਟ ਵਾਲੀ ਪਾਰਕਿੰਗ ਵਿੱਚ ਵਾਪਰੀ। ਡੈਲਟਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਏਰੀਏ ਨੂੰ ਸੀਲ ਕਰ ਲਿਆ ਅਤੇ ਲਾਗਲੇ ਸ਼ੈਲ ਗੈਸ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਸੀ। ਪੁਲਿਸ ਨੇ ਇਸ ਸੰਬੰਧ ਵਿੱਚ ਕੁਝ ਗਵਾਹਾਂ ਦੇ ਬਿਆਨ ਵੀ ਲਏ।
दिन दिहाड़े इन्ने बिजी खेतर विच वापरी इस घटना ने मौके ते मौजूद लोगों नूं झंझोड़ के रख दिता। पुलिस वालों इस संबंध विच सोशल मीडिया ते एक वीडियो भी पाई गई जिस विच एक काले कपड़ियां वाला आदमी जिसके हाथ विच हैंडगन है एक क्रैश कार कोलों भज के SUV कार विच पिछली बारी राहीं बैठदा दिखाई दे रहा है। ये SUV बाद विच सड़ी हुई मिली है। पुलिस मुताबिक शक्कीवान नूं बर्नबी विच कुछ समय बाद अग लगा दी गई सी। इस दौरान पुलिस ने गोलीबारी दौरान मारे जाने वाले नौजवान की पछाण 29 साला करैक्शनल ऑफिसर बिक्रमदीप सिंह रंधावा दसी है। वो मेपल रिज जेल विच तैनात सी। ਉਹ ਨੌਕਰੀ ਦੇ ਨਾਲ-ਨਾਲ ਯੂਨੀਵਰਸਿਟੀ ਪੜ੍ਹਾਈ ਵੀ ਕਰ ਰਿਹਾ ਸੀ। ਉਹ ਬਹੁਤ ਹੀ ਸਾਊ ਅਤੇ ਚੰਗੇ ਸੁਭਾਅ ਦਾ ਨੌਜਵਾਨ ਦੱਸਿਆ ਜਾਂਦਾ ਹੈ। ਉਸ ਨੂੰ ਗੋਲੀ ਦਾ ਨਿਸ਼ਾਨਾ ਕਿਉਂ ਬਣਾਇਆ ਗਿਆ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅੱਜ ਫਿਰ ਤੋਂ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਹ ਗੋਲੀਬਾਰੀ ਵਿਲੋਬਰੁਕ ਮਾਲ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ। ਪੁਲਿਸ ਇਸ ਘਟਨਾ ਦੀ ਵੀ ਜਾਂਚ ਕਰ ਰਹੀ ਹੈ। ਵੈਨਕੂਵਰ ਦੇ ਵਿੱਚ ਲਗਾਤਾਰ ਦੂਜੇ ਸਾਲ ਸੈਲੀਬ੍ਰੇਸ਼ਨ ਆਫ ਲਾਈਟਸ ਫੈਸਟੀਵਲ ਨੂੰ ਰੱਦ ਕਰ ਦਿੱਤਾ ਗਿਆ ਹੈ। ਵੈਨਕੂਵਰ ਫਾਇਰ ਫੈਸਟੀਵਲ ਸੁਸਾਇਟੀ ਦਾ ਕਹਿਣਾ ਹੈ ਕਿ ਕੋਵਿਡ-19 ਪੈਂਡੈਮਿਕ ਦੇ ਕਾਰਨ ਬਣੇ ਹਾਲਾਤਾਂ ਦੇ ਵਿਚਾਲੇ ਇਸ ਫੈਸਟੀਵਲ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇੱਕ ਬਿਆਨ ਵਿੱਚ ਸੁਸਾਇਟੀ ਦਾ ਕਹਿਣਾ ਹੈ ਕਿ ਇਹ ਫੈਸਟੀਵਲ ਅਗਲੇ ਸਾਲ 2022 ਵਿੱਚ ਵਾਪਸੀ ਕਰੇਗਾ। ਇਸ ਦੇ ਲਈ ਮਿਤੀਆਂ ਦਾ ਐਲਾਨ ਹੁਣੇ ਹੀ ਕਰ ਦਿੱਤਾ ਗਿਆ ਹੈ। ਅਗਲੇ ਸਾਲ 23, 27 ਅਤੇ 30 ਜੁਲਾਈ ਨੂੰ ਇਸ ਫੈਸਟੀਵਲ ਦਾ ਆਨੰਦ ਮਾਣਿਆ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਇਸ ਇਵੈਂਟ ਨੂੰ ਬੀਤੇ ਸਾਲ ਵੀ ਰੱਦ ਕਰ ਦਿੱਤਾ ਗਿਆ ਸੀ। ਜੇ ਬੀਤੇ ਸਾਲ ਇਹ ਇਵੈਂਟ ਹੋ ਪਾਉਂਦਾ ਤਾਂ ਇਸ ਇਵੈਂਟ ਦੀ 30ਵੀਂ ਵਰ੍ਹੇਗੰਢ ਹੋਣੀ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹੋਂਡਾ ਕੈਨੇਡਾ ਵੱਲੋਂ ਹੀ ਅਗਲੇ ਸਾਲ ਵੀ ਇਸ ਇਵੈਂਟ ਨੂੰ ਸਪਾਂਸਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮਾਨਸਿਕ ਸਿਹਤ ਸਪਤਾਹ ਮੈਂਟਲ ਹੈਲਥ ਵੀਕ ਤੇ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਕਿ ਅੱਜ ਅਸੀਂ ਮਾਨਸਿਕ ਸਿਹਤ ਹਫ਼ਤੇ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦੇ ਹਾਂ। ਕੈਨੇਡੀਅਨਸ ਲਈ ਇਹ ਮੌਕਾ ਹੈ ਉਹ ਬਿਨਾਂ ਕਿਸੇ ਹਿਚਕ ਦੇ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਅਤੇ ਦੂਜਿਆਂ ਦੀਆਂ ਕਹਾਣੀਆਂ ਸੁਣਨ ਅਤੇ ਇੱਕ ਦੂਜੇ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ। 1 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਵਿਸ਼ਵ ਵਿਆਪੀ ਕੋਵਿਡ-19 ਮਹਾਮਾਰੀ ਨੇ ਬਹੁਤ ਸਾਰੇ ਕੈਨੇਡੀਅਨਸ ਦੀ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਜਿਵੇਂ ਕਿ ਅਸੀਂ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਨਵੇਂ ਰੂਪਾਂ ਅਤੇ ਵੱਧ ਰਹੇ ਕੇਸ ਦੀ ਗਿਣਤੀ ਦੀ ਅਨਿਸ਼ਚਿਤਤਾ ਦੇ ਨਾਲ ਨਜਿੱਠ ਰਹੇ ਹਾਂ। ਲੋਕ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਦੀ ਚਿੰਤਾ ਵਿੱਚ ਹਨ। ਕੁਝ ਨੌਕਰੀ ਗੁਆਉਣ ਦੇ ਕਾਰਨ ਹੈਰਾਨ ਹੋ ਸਕਦੇ ਹਨ ਜਾਂ ਤਣਾਅ ਵਿੱਚ ਹੋ ਸਕਦੇ ਨੇ ਤੇ ਬਹੁਤ ਸਾਰੇ ਜਨਤਕ ਸਿਹਤ ਉਪਾਵਾਂ ਦੇ ਕਾਰਨ ਇਕੱਲੇ ਮਹਿਸੂਸ ਕਰ ਰਹੇ ਹਨ। ਅਸੀਂ ਮਾਨਸਿਕ ਸਿਹਤ ਸੇਵਾਵਾਂ ਦੇ ਲਈ ਰਾਸ਼ਟਰੀ ਮਾਪਦੰਡ ਨਿਰਧਾਰਿਤ ਕਰਨ ਅਤੇ ਵੈਲਨੈਸ ਟੂਗੈਦਰ ਟੂ ਕੈਨੇਡਾ ਪੋਰਟਲ ਦਾ ਸਮਰਥਨ ਕਰਨ ਦੇ ਲਈ ਬਜਟ 2021 ਵਿੱਚ ਨਵੇਂ ਨਿਵੇਸ਼ਾਂ ਦਾ ਪ੍ਰਸਤਾਵ ਦਿੱਤਾ ਜੋ 24 ਘੰਟੇ ਮੁਫਤ ਅਤੇ ਗੁਪਤ ਮਾਨਸਿਕ ਸਿਹਤ ਅਤੇ ਪਦਾਰਥਾਂ ਦੇ ਇਸਤੇਮਾਲ ਦੇ ਸਾਧਨ ਅਤੇ ਸਰੋਤ ਪ੍ਰਦਾਨ ਕਰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਇਸ ਸਮੇਂ ਦੇ ਦੌਰਾਨ ਇੱਕ ਦੂਜੇ ਲਈ ਖੜੇ ਹੋਣ ਦੀ ਲੋੜ ਹੈ ਅਤੇ ਖੁੱਲ੍ਹ ਕੇ ਆਪਣੀ ਮਾਨਸਿਕ ਸਿਹਤ ਬਾਰੇ ਗੱਲ ਕਰਨਾ ਆਮ ਬਣਾਉਣਾ ਚਾਹੀਦਾ ਹੈ। Hello everyone. This week is Mental Health Week, and it's a chance for all of us to get real about our mental health and how we're feeling. I know this has been an extremely difficult year for everyone. The COVID-19 pandemic has changed our lives drastically, and with those changes, many have experienced increased stress and anxiety. But I want you to know that you're not alone. We're all going through these challenging times together, and as a government, we're here to help, because we know that mental health is an important part of our daily lives. And good mental health isn't about being happy all the time. It includes the full range of human emotions, even the uncomfortable ones. Now, you've probably heard the stat that 1 in 5 Canadians experiences mental illness or a mental health issue in any given year. But it's all of our responsibility to break the stigma around mental health and help those who are struggling. And that's why we've invested in mental health services for Canadians. We've created programs like Wellness Together, which is a free online portal that helps you find the mental health services, tools, and resources you need. We've invested in Indigenous communities to help expand and adapt mental health services. And we've made sure young people have easy access to mental health services too, with funding for Kids Help Phone. And in Budget 2021, we committed to establishing national standards for mental health services. We've committed to support the creation of a new national hotline service. And we're making new investments to help those who've been most affected by the pandemic with mental health support, including for young people, seniors, healthcare workers, Indigenous peoples, and racialized and Black Canadians. My friends, we all have a role to play in fighting the stigma of mental health. So as we mark Mental Health Week across the country, let's all make an effort to be there for one another during these challenging times. Let's reach out to someone who's struggling. Let's be kinder to one another. And let's check in on our friends and coworkers.
because by being there for each other, we will be able to come out of this crisis stronger together. And remember, better days are ahead, but until then, please stay safe and healthy. ਕੈਨੇਡਾ ਵਿੱਚ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਦਾ ਕਹਿਣਾ ਹੈ ਕਿ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਜੈਨਸਨ ਵੈਕਸੀਨ ਦੀ ਵਰਤੋਂ 30 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਤੱਕ ਸੀਮਿਤ ਕਰਨ ਦੀ ਲੋੜ ਹੈ। ਇਸ ਦੀ ਵਰਤੋਂ ਉਹਨਾਂ ਲੋਕਾਂ ਦੇ ਕੀਤੀ ਜਾਵੇਗੀ ਜੋ ਫਾਈਜ਼ਰ ਬਾਇਓਟੈਕ ਅਤੇ ਮੋਡਰਨਾ ਵੈਕਸੀਨ ਦੇ ਲਈ ਆਪਣੀ ਵਾਰੀ ਦੀ ਉਡੀਕ ਨਹੀਂ ਕਰਨੀ ਚਾਹੁੰਦੇ। ਇਹ ਸਲਾਹ ਨੂੰ ਬਿਲਕੁਲ ਉਸੇ ਪ੍ਰਕਾਰ ਹੀ ਮੰਨਿਆ ਜਾ ਰਿਹਾ ਹੈ ਜੋ ਕਿ ਏਜੰਸੀ ਨੇ ਆਕਸਫੋਰਡ ਐਸਟਰਾਜੈਨਕਾ ਵੈਕਸੀਨ ਦੇ ਲਈ ਜਾਰੀ ਕੀਤੀ ਸੀ। ਦੋਨਾਂ ਵੈਕਸੀਨ ਨੂੰ ਵਰਤਣ ਵਾਲੇ ਲੋਕਾਂ ਵਿੱਚ ਕੁਝ ਨੂੰ ਵਿਲੱਖਣ ਕਿਸਮ ਦੇ ਬਲੱਡ ਕਲੌਟ ਬਣਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਵਿੱਚ ਇਸ ਪ੍ਰਕਾਰ ਦੇ ਬਲੱਡ ਕਲੌਟ ਮਰਨ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਇੱਕ ਮਾਮਲਾ ਜਾਨਲੇਵਾ ਸਾਬਤ ਹੋਇਆ ਸੀ। 24 ਅਪ੍ਰੈਲ ਤੱਕ ਕੈਨੇਡਾ ਵਿੱਚ ਆਕਸਫੋਰਡ ਐਸਟਰਾਜੈਨਕਾ ਵੈਕਸੀਨ ਦੀਆਂ 1.7 ਮਿਲੀਅਨ ਡੋਜ਼ਜ਼ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਹਾਲਾਂਕਿ ਫਿਲਹਾਲ ਕੈਨੇਡਾ ਵਿੱਚ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਵਰਤੋਂ ਸ਼ੁਰੂ ਨਹੀਂ ਹੋਈ ਹੈ। ਕੈਨੇਡਾ ਪਹੁੰਚੀ ਜੌਨਸਨ ਐਂਡ ਜੌਨਸਨ ਵੈਕਸੀਨ ਦੀ 3 ਲੱਖ ਖੁਰਾਕਾਂ ਦੀ ਸ਼ਿਪਮੈਂਟ ਨੂੰ ਹੋਲਡ ਤੇ ਰੱਖਿਆ ਗਿਆ ਹੈ। ਏਜੰਸੀ ਦੀ ਵਾਈਸ ਚੇਅਰ ਡਾਕਟਰ ਸ਼ੀਲਾ ਦੀਕਸ ਦਾ ਕਹਿਣਾ ਹੈ ਕਿ ਜੈਨਸਨ ਵੈਕਸੀਨ ਸੁਰੱਖਿਅਤ ਅਤੇ ਅਸਰਦਾਰ ਹੈ। ਤੁਹਾਨੂੰ ਦੱਸ ਦਈਏ, ਏਜੰਸੀ ਵੱਲੋਂ ਹੁਣ ਵੀ mRNA ਵੈਕਸੀਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। At this time, based on the current evidence, NACI recommends that similar to the AstraZeneca vaccine, the Janssen vaccine may be offered to individuals 30 years of age and older without contraindications if the individual prefers an earlier vaccine rather than waiting for an mRNA vaccine and if the benefits outweigh the risk. This recommendation provides provinces and territories with recommendations on how to optimize the use of the Janssen vaccine in their jurisdictions to achieve the greatest public health benefit. The public health benefit risk analysis for the use of the Janssen vaccine may vary between jurisdictions because of the differing epidemiology. Provinces and territories adapt NACI's recommended age threshold based on their unique circumstances, including local COVID-19 epidemiology, local vaccine supply, and logistics and equity considerations. For example, as a single-dose vaccine, the Janssen vaccine may be better suited for populations that are harder to schedule for a second dose. Health officials can refer to a risk assessment tool in the updated statement to help them determine how to use the Janssen vaccine. NACI continues to preferentially recommend authorized mRNA COVID-19 vaccines due to the excellent protection they provide and because VIT has not been associated with the mRNA vaccines. NACI notes that Canada has procured and is expecting enough mRNA vaccines to fully vaccinate the currently eligible Canadian population before the fall of 2021. NACI has also reinforced its recommendations for vaccination during pregnancy. NACI recommends that a complete vaccine series with a COVID-19 vaccine, preferably an mRNA vaccine, may be offered to pregnant individuals if the benefits outweigh the risks for the individual and the fetus, and if informed consent includes discussion about the evidence of the use of COVID-19 vaccines in this population. A recent study in the United States showed no safety signals of concern following the administration of the mRNA COVID-19 vaccines during pregnancy.